ਅਕਤੂਬਰ ਦੇ ਵਿੱਚ ਨਵੰਬਰ ਦੇ ਵਿੱਚ ਅਕਤੂਬਰ 'ਚ ਬਲਕਿ 4% ਟੈਕਸ ਲੱਗ ਗਿਆ ਸੀਗਾ ਟਰੈਕਟਰ ਦੇ ਉੱਪਰ। ਜੀ ਜੀ ਅਸੀਂ ਉਹ ਟੈਕਸ ਜਿਹੜਾ ਹੈਗਾ ਆਪਣੇ ਤੇ ਬਰਦਾਸ਼ਤ ਕੀਤਾ ਕੰਪਨੀ ਨੇ ਸਹੀ। ਕਿ ਅਸੀਂ ਇਹ 5-6 ਮਹੀਨੇ ਜਿਹੜਾ ਅਸੀਂ ਨਹੀਂ ਇਹਦਾ ਬੋਝ ਜ਼ਿਮੀਂਦਾਰ ਤੇ ਨਹੀਂ ਪਾਵਾਂਗੇ, ਕਿਉਂਕਿ ਪਹਿਲੇ ਗੰਦਮ ਦੇ ਉੱਤੇ ਜ਼ਿਮੀਂਦਾਰ ਦੇ ਨਾਲ ਹੱਥ ਹੋਇਆ ਵਿਚਾਰੇ ਦੇ ਨਾਲ, ਫਿਰ ਚਾਵਲ ਦੇ ਉੱਤੇ ਹੱਥ ਹੋਇਆ, ਜੀ ਇਸ ਤੋਂ ਬਾਅਦ ਗ੍ਰੀਨ ਸਕੀਮ ਆ ਗਈ। ਸਹੀ ਅਸੀਂ ਇਹ ਸਾਰੇ ਜਿੰਨੇ ਵੀ ਸਾਡੇ ਕਸਟਮਰ ਸੀਗੇ ਅਸੀਂ ਉਹਨਾਂ ਨੂੰ ਇਹ ਜਿਹੜਾ ਬੋਝ ਸੀਗਾ 4% ਦਾ ਆਪਣੇ ਉੱਤੇ ਬਰਦਾਸ਼ਤ ਕੀਤਾ। ਜੀ ਠੀਕ ਹੈ ਜੀ, ਜਿਹੜੀ ਕੀਮਤ ਵਧੀ ਹੈ ਤੁਸੀਂ ਇਹੀ ਸਮਝ ਲਓ ਕਿ ਅਸੀਂ ਉਹ ਹੱਲੇ ਵੀ ਜਿੰਨੇ ਉਹ ਪੈਸੇ ਬਣਦੇ ਸੀਗੇ 4% ਟੈਕਸ ਦੇ, ਅਸੀਂ ਉਹਨੇ ਨਹੀਂ ਵਧਾਏ ਕੀਮਤ, ਅਸੀਂ ਉਸ ਤੋਂ ਪਿੱਛੇ ਹੀ ਹੈਗੇ ਹਾਂ। ਸਹੀ ਜਿੰਨਾ ਟੈਕਸ ਬਣਦਾ ਸੀ ਅਸੀਂ ਟੈਕਸ ਨਹੀਂ ਲਈ ਵਸੂਲ ਕਰ ਰਹੇ, ਤੇ ਇੱਥੇ ਚੀਜ਼ਾਂ ਦੀ ਕੀਮਤ ਲਾਓ ਤੇ ਫਿਰ ਤਾਂ ਹੋਰ ਜ਼ਿਆਦਾ ਬਣ ਜਾਂਦਾ ਹੈ। ਠੀਕ ਹੈ ਲਿਹਾਜ਼ਾ ਇਸ ਚੀਜ਼ ਦਾ ਕੋਈ ਤਅਲਕ ਨਹੀਂ ਹੈਗਾ। ਜਿਹੜੀ ਤਬਦੀਲੀਆਂ ਕੀਤੀਆਂ ਅਸੀਂ ਇੱਕ ਆਇਡੈਂਟੀਫਿਕੇਸ਼ਨ ਦਿੱਤੀ, ਇੱਕ ਪ੍ਰੈਸਟੀਜ ਤੱਕ ਮਹਿਸੂਸ ਹੋਵੇ ਜ਼ਿਮੀਂਦਾਰ ਨੂੰ, ਉਹਨੂੰ ਪਤਾ ਲੱਗੇ ਕਿ ਉਹ ਨਵੇਂ ਮਾਡਲ ਦੇ ਪੈਸੇ ਦੇ ਰਿਹਾ, ਤਾਂ ਉਹ ਨਵੇਂ ਮਾਡਲ 'ਚ ਕੋਈ ਚੀਜ਼ਾਂ ਇਜ਼ਾਫੀ ਨੇ। ਅਗਲੇ ਸਾਲ 2026 ਦੇ ਵਿੱਚ ਇਨਸ਼ਾਅੱਲਾ ਹੋਰ ਇਸ ਤੋਂ ਇਜ਼ਾਫੀ ਤਬਦੀਲੀਆਂ ਹੋਣਗੀਆਂ, ਆਪਸ਼ਨਸ ਆ ਜਾਣਗੀਆਂ ਟਰੈਕਟਰ ਦੇ ਵਿੱਚ। ਇਨਸ਼ਾਅੱਲਾ ਏਸੀ ਕੇਬਲ ਦੇ ਉੱਤੇ ਵੀ ਕੰਮ ਕਰਦੇ ਪਏ ਹੈਗੇ ਆ ਜੀ ਜੀ ਤੇ ਇਹ ਸਾਲ ਹਰ ਸਾਲ ਅਸੀਂ ਜਿਹੜਾ ਨਾ ਇਹਨੂੰ ਸਹੀ। ਜਾਰੀ ਰੱਖਾਂਗੇ ਜਿਹੜੀ ਇਨਸ਼ਾਅੱਲਾ। ਨਵੀਂ ਪ੍ਰਾਈਸ ਹੈ ਉਹ ਲਾਗੂ ਹੋ ਚੁੱਕੀ ਹੈ ਜਾਂ ਯਕਮ ਤੋਂ ਹੋ ਰਹੀ ਜੀ ਹੈ? ਯਕਮ ਤੋਂ ਯਕਮ ਤੋਂ ਨਵੀਂ ਪ੍ਰਾਈਸ ਆ ਰਹੀ ਹੈ 2025 ਮਾਡਲ ਬੁਕਿੰਗ ਅਸੀਂ ਕਰ ਰਹੇ ਹਾਂ, ਬੁਕਿੰਗ ਕਰਵਾ ਸਕਦੇ ਨੇ ਜ਼ਿਮੀਂਦਾਰ, ਜੀ ਲੇਕਿਨ ਜਿਹੜਾ ਟਰੈਕਟਰ ਇਨਵਾਇਸ ਹੋਣਗੇ ਯਕਮ ਜਨਵਰੀ ਤੋਂ ਬਾਅਦ ਨਵੇਂ ਸੀਰੀਅਲ ਦੇ ਨਵੇਂ ਮਾਡਲ ਦੇ ਉਹਨਾਂ ਦੇ ਉੱਤੇ ਕੀਮਤ ਲੱਗ ਜਾਏਗੀ। ਜਾਂ ਸਾਹਿਬ ਇਹ ਨਾ ਇੱਕ ਪਰਸੈਪਸ਼ਨ ਹੈਗੀ ਹੈ, ਸਾਡਾ ਪਰਸੈਪਸ਼ਨ ਕੀ ਇਹਨੂੰ ਕਹਿੰਦੇ ਨੇ ਕਿ ਸਾਡਾ ਇੱਕ ਪਰਸੈਪਸ਼ਨ ਕਹਿ ਲਓ, ਮਿਥ ਕਹਿ ਲਓ ਜਾਂ ਸੋਚ ਕਹਿ ਲਓ, ਕਿ ਬਣ ਗਈ ਹੁੰਦੀ ਕਿ ਪਿਛਲੇ ਨੂੰ ਅਸੀਂ ਕਹਿਣਾ ਕਿ ਉਹ ਠੀਕ ਸੀਗਾ। ਸਹੀ ਠੀਕ ਹੈ ਜੀ, ਅਸੀਂ ਪਿਛਲੇ ਨੂੰ ਠੀਕ ਕਹਿੰਦੇ ਕਿ ਜੀ ਪਹਿਲੇ ਜਿਹੜਾ ਸੀ ਉਹ ਠੀਕ ਸੀ, ਹੁਣ ਠੀਕ ਨਹੀਂ ਹੈਗਾ। ਐਸੀ ਗੱਲ ਨਹੀਂ ਹੈਗੀ। ਤੁਹਾਡਾ ਕੀ ਖਿਆਲ ਹੈ ਕਿ ਪਰਕਨ, ਪਹਿਲੀ ਤਾਂ ਗੱਲ ਪਰਕਨ ਵੀ ਅਸੀਂ ਹੀ ਮੈਨੂਫੈਕਚਰ ਕਰਦੇ ਸੀ, ਸਿਰਫ ਲਾਇਸੈਂਸ ਸੀਗਾ, ਉਹ ਲਾਇਸੈਂਸ ਅਸੀਂ ਫੀਸ ਪੇ ਕਰਦੇ ਸੀ, ਉਹ ਪਰਕਨ ਲਿਖਿਆ ਜਾਂਦਾ ਸੀ ਟਰੈਕਟਰ ਦਾ। ਉਦੋਂ ਵੀ ਮੈਨੂਫੈਕਚਰ ਅਸੀਂ ਆਪ ਹੀ ਕਰਦੇ ਸੀ, ਹੁਣ ਵੀ ਅਸੀਂ ਆਪ ਹੀ ਕਰਦੇ ਹਾਂ। ਸਹੀ ਤੇ ਪਰਕਨ ਦੇ ਕਿੰਨੇ ਕੁ ਟਰੈਕਟਰ ਇਸ ਟਾਈਮ ਫੀਲਡ 'ਚ ਚੱਲਣ ਡਏ ਹੋਣੇ, ਪਹਿਲੀ ਤਾਂ ਗੱਲ ਇਹ ਹੈਗੀ। ਜੀ ਠੀਕ ਹੈ, ਤੁਸੀਂ ਅਗਰ ਰੇਸ਼ੋ ਚੈੱਕ ਕਰੋ ਨਾ, ਉਹ ਹੋ ਸਕਦਾ 2% ਹੋਣ, 98% ਨਵਾਂ ਟਰੈਕਟਰ ਹੋ। ਠੀਕ ਹੈ ਜੀ, ਤਾਂ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਕਿ ਜੇ ਉਹ ਨਹੀਂ ਸੀ ਟੁੱਟਦੇ ਤੇ ਐ ਟੁੱਟਦੇ ਨੇ? ਸਹੀ ਉਹ ਤਾਂ ਹੈ ਹੀ ਨਹੀਂ, ਹੁਣ ਸਮਝ ਲਓ ਉਹ ਤਾਂ ਹੈ ਹੀ ਨਹੀਂ। ਇਲਾਕੇ ਦੇ ਵਿੱਚ ਕਿੰਨੇ ਸਾਲ ਹੋ ਗਏ, 15 ਸਾਲ 20 ਸਾਲ ਪਹਿਲੇ ਦੇ ਟਰੈਕਟਰ ਨੇ, ਤੇ ਉਹਨਾਂ ਦੇ ਮਤਲਬ ਉਹਨਾਂ ਦੀ ਤਾਦਾਦ ਕਿੰਨੀ ਕੁ ਮੌਜੂਦ ਹੋਗੀ। ਤੇ ਪਹਿਲੀ ਗੱਲ ਇਹ ਗਲਤ ਹੈਗੀ। ਦੂਸਰੀ ਗੱਲ ਹੈਗੀ ਮਿਸਯੂਜ਼। ਠੀਕ ਹੈ ਜੀ, ਟਰੈਕਟਰ ਦਾ ਗਲਤ ਇਸਤੇਮਾਲ, ਬੇਜਾ ਇਸਤੇਮਾਲ। ਟਰੈਕਟਰ ਕੋਈ ਫਰਿਸ਼ਤਾ ਤਾਂ ਨਹੀਂ ਹੈਗਾ ਕਿ ਉਹਨੂੰ ਜੋ ਕਹੋਗੇ ਹੁਕਮ ਦੋਗੇ ਉਹ ਕਰ ਦੇਗਾ। ਠੀਕ ਹੈ ਜੀ, ਟਰੈਕਟਰ ਦੀ ਲਿਮਿਟੇਸ਼ਨਸ ਹੈਗੀਆਂ ਨੇ, ਉਹਦੀ ਹਰ ਚੀਜ਼ ਜਿਹੜੀ ਹੈ ਇੱਕ ਇੰਜੀਨੀਅਰਿੰਗ ਪੁਆਇੰਟ ਆਫ ਵਿਊ ਦੇ ਨਾਲ ਡਿਜ਼ਾਈਨ ਕੀਤੀ ਜਾਂਦੀ ਹੈ ਔਰ ਬਣਾਈ ਜਾਂਦੀ ਹੈ। ਜੀ ਹਰ ਪੁਰਜ਼ਾ, ਅਗਰ ਕਿਸੇ ਕੋਈ ਬੰਦਾ ਕਹਿੰਦਾ ਨਾ ਜੀ ਮੇਰਾ ਮਿਆਰ ਠੀਕ ਨਹੀਂ ਹੈਗਾ, ਅਸੀਂ ਉਹਨੂੰ ਚੈਲੰਜ ਕਰਨੇ ਹੋ ਕਿ ਆਪਣਾ ਪੁਰਜ਼ਾ ਲਿਆਓ ਜਿਹੜਾ ਟੁੱਟਿਆ ਹੈਗਾ। ਜੀ ਅਸੀਂ ਉਹਨੂੰ ਲੈਬੋਰਟਰੀ ਚੈੱਕ ਕਰਵਾਉਂਦੇ ਹਾਂ। ਅਸੀਂ ਅਗਰ ਸਾਡੇ ਮਿਆਰ 'ਚ ਕਮੀ ਹੋਏਗੀ ਤਾਂ ਅਸੀਂ ਇਨਸ਼ਾਅੱਲਾ ਉਹਦੇ ਜੁਰਮਦਾਰ ਹੈਗੇ। ਸਹੀ ਠੀਕ ਹੈ ਜੀ, ਔਰ ਅਗਰ ਨਹੀਂ ਹੋਏਗੀ, ਮਟੀਰੀਅਲ ਠੀਕ ਹੈ, ਸਪੈਸੀਫਿਕੇਸ਼ਨ ਠੀਕ ਹੈ, ਉਹਦਾ ਪ੍ਰੋਸੈਸ ਠੀਕ ਹੈਗਾ, ਤੇ ਕਿਸ ਤਰ੍ਹਾਂ ਉਹ ਕਹਿ ਸਕਦਾ ਕਿ ਕੰਪਨੀ ਦਾ ਮਾਲ ਠੀਕ ਨਹੀਂ ਹੈ? ਸਹੀ ਠੀਕ ਹੈ, ਲਿਹਾਜ਼ਾ ਓਵਰਲੋਡਿੰਗ ਅਸੀਂ ਦੇਖਦੇ ਹਾਂ ਅੱਜ ਕੱਲ੍ਹ। ਜਿਸ ਤਰ੍ਹਾਂ ਟਰਾਲੇ ਹਰ ਆਉਂਦੇ ਸਾਲ ਟਰਾਲਾ ਵੱਡੇ ਤੋਂ ਵੱਡਾ ਬਣ ਰਿਹਾ। ਠੀਕ ਹੈ ਜੀ, ਔਰ ਮੁਕਾਬਲੇ ਹੁੰਦੇ ਨੇ, ਦੇਖੋ ਜੀ ਵਜ਼ਨ ਕਿਹੜਾ ਬਹੁਤਾ ਚੁੱਕਦਾ। ਜੀ ਜੀ ਠੀਕ ਹੈ, ਟੋਚਨ ਮੁਕਾਬਲੇ ਵੀ ਤੁਸੀਂ ਮਾਸ਼ਾਅੱਲਾ ਕਰਦੇ ਪਏ ਹੋ। ਇਹ ਇੱਕ ਉਹ ਤਾਂ ਹੈ ਸਹੀ, ਕੀ ਇਹਨੂੰ ਕਹਿੰਦੇ ਸ਼ੁਗਲ ਮੇਲਾ ਤਾਂ ਹੈ ਸਹੀ, ਲੇਕਿਨ ਕਿਆ ਉਹ ਠੀਕ ਹੈਗੀ ਚੀਜ਼? ਉਹ 'ਚ ਨੁਕਸਾਨ ਨਹੀਂ ਹੋ ਸਕਦਾ? ਬਿਲਕੁਲ ਹੋ ਸਕਦਾ ਹੈ ਨਾ ਜੀ। ਉਹ ਸ਼ੁਗਲ ਮੇਲਾ 2 ਮਿੰਟ ਦਾ, ਲੇਕਿਨ ਅਗਰ ਨੁਕਸਾਨ ਹੋ ਜਾਏ ਤਾਂ ਲੱਖਾਂ ਦਾ ਨੁਕਸਾਨ। ਜੀ ਜੀ ਠੀਕ ਹੈ, ਤੇ ਲਿਹਾਜ਼ਾ ਸਾਨੂੰ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ, ਸਾਨੂੰ ਪੋਜ਼ਿਟਿਵ ਤਨਕੀਦ ਕਰਨੀ ਚਾਹੀਦੀ ਹੈ। ਤੁਸੀਂ ਸਾਨੂੰ ਜਦੋਂ ਚੀਜ਼ਾਂ ਪੁਆਇੰਟ ਆਊਟ ਕੀਤੀਆਂ, ਕੁਛ ਚੀਜ਼ਾਂ ਸਾਨੂੰ ਫੀਲਡ 'ਚ ਵੀ ਆਉਂਦੀਆਂ। ਅਸੀਂ ਹਰ ਸਾਲ 2 ਵਾਰੀ ਜ਼ਿਮੀਂਦਾਰ ਦੇ ਕੋਲ ਜਾਂਦੇ ਹਾਂ, ਫ੍ਰੀ ਸਰਵਿਸ ਪ੍ਰੋਗਰਾਮ ਕਰਦੇ ਹਾਂ। ਜੀ ਜਿਸ ਇਲਾਕੇ ਦੇ ਵਿੱਚ ਜਿੰਨੇ ਨਵੇਂ ਟਰੈਕਟਰ ਗਏ ਹੁੰਦੇ ਸਾਰਿਆਂ ਨੂੰ ਅਸੀਂ ਬੁਲਾਈਦਾ, ਬੁਲਾ ਕੇ ਉਹਨਾਂ ਦੇ ਟਰੈਕਟਰ ਦਾ ਚੈੱਕਅਪ ਕਰੀਦਾ, ਉਹਨਾਂ ਨਾਲ ਸਵਾਲ ਜਵਾਬ ਕਰੀਦੇ, ਸਹੀ ਉਹਨਾਂ ਨੂੰ ਪੁੱਛੀਦਾ ਸਾਨੂੰ ਦੱਸੋ ਕਿ ਸਾਡੇ ਮੁਤਲਕਾ ਕੋਈ ਗੱਲਾਂ ਹੈਗੀਆਂ ਨੇ, ਕੋਈ ਮਸ਼ਵਰੇ ਹੈਗੇ ਨੇ, ਕੋਈ ਖਾਮੀਆਂ ਸਾਨੂੰ ਦੱਸੋ। ਆਪਣੀ ਗੱਲ ਉਹਨਾਂ ਨੂੰ ਦੱਸੀ ਦੀ ਹੈ। ਠੀਕ ਹੈ, ਟਰੈਕਟਰ ਚਲਾਉਣ ਦਾ ਤਰੀਕਾਕਾਰ, ਟਰੈਕਟਰ ਦੀ ਦੇਖਭਾਲ ਦਾ ਤਰੀਕਾਕਾਰ, ਬਹੁਤ ਸਾਰੀ ਚੀਜ਼ਾਂ ਜਿਹੜੀ ਅਸੀਂ ਸਮਝਦੇ ਕਿ ਸਾਨੂੰ ਕਰਨੀ ਚਾਹੀਦੀ, ਅਸੀਂ ਕਰਦੇ ਹਾਂ। ਇਸ ਚੀਜ਼ ਦਾ ਇੱਕ ਡਿਜ਼ਾਈਨ ਹੁੰਦਾ ਹੈ। ਜੀ ਠੀਕ ਹੈ, ਗੱਲ ਉਹ ਕੰਨ ਇੱਧਰੋਂ ਫੜੋ ਜਾਂ ਇੱਧਰੋਂ ਫੜੋ, ਗੱਲ ਇੱਕ ਹੀ ਹੈਗੀ ਹੈ। 12 ਲੀਟਰ ਕਰ ਦਿਓ ਤੇ ਘੰਟੇ ਵਧਾ ਦਿਓ। ਸਹੀ ਠੀਕ ਹੈ, 8 ਲੀਟਰ ਕਰ ਦਿਓ ਤੇ ਘੰਟੇ ਥੋੜ੍ਹੇ ਕਰ ਦਿਓ। ਇਹ ਕੀ ਇਹ ਜਦੋਂ ਬਣਿਆ ਡਿਜ਼ਾਈਨ ਹੋਇਆ, ਇਹ ਆਪਣੀ ਕੈਪੈਸਿਟੀ ਦੇ ਹਿਸਾਬ ਦੇ ਨਾਲ ਇਹਦੀ ਆਇਲ ਦੀ ਕੈਪੈਸਿਟੀ ਰੱਖੀ ਗਈ ਹੈ, ਜੋ ਇਹਦੇ ਇੰਜਨ ਦੀ ਰਿਕੁਆਇਰਮੈਂਟ ਸੀ ਉਹਦੇ ਹਿਸਾਬ ਦੇ ਨਾਲ। ਸਹੀ ਠੀਕ ਹੈ ਜੀ, ਅਗਰ ਅਸੀਂ ਇਹਨੂੰ ਵਧਾ ਦਾਂਗੇ ਹੋ ਸਕਦਾ ਕਿ ਉਹ ਤਾਂ ਨੁਕਸਾਨ ਹੋ ਜਾਏ। ਜਿਸ ਤਰ੍ਹਾਂ ਇੱਕ ਟਰੈਕਟਰ ਨੂੰ ਠੰਡਾ ਕਰਨ ਵਾਸਤੇ ਅਸੀਂ ਆਮ ਲੋਕਾਂ ਦਾ ਖਿਆਲ ਹੈਗਾ ਜੀ ਇਹਦੇ ਵਿੱਚੋਂ ਥਰਮੋਸਟੇਟ ਵਾਲ ਕੱਢ ਦਿਓ, ਜੀ ਠੰਡਾ ਹੁੰਦਾ ਲੇਕਿਨ ਹੱਦ ਤੋਂ ਜ਼ਿਆਦਾ ਠੰਡਾ ਹੋ ਜਾਂਦਾ। ਜੀ ਜੀ ਇਹ ਯਾਨੀ ਕਿ ਜ਼ਰੂਰਤ ਨਹੀਂ ਸੀ ਉਹਨੂੰ ਰੱਖਣ ਦੀ ਜ਼ਰੂਰਤ ਹੈ, ਇਹ ਕੱਢਣ ਦੀ ਜ਼ਰੂਰਤ ਨਹੀਂ। ਲੇਕਿਨ ਜਦੋਂ ਅਸੀਂ ਕੱਢ ਦਿੰਦੇ ਹਾਂ ਤੇ ਕੀ ਕਰਦੇ ਹਾਂ ਕਿ ਪਿਛਲੇ ਪਿਸਟਨ ਜ਼ਿਆਦਾ ਠੰਡੇ ਹੋ ਜਾਂਦੇ ਨੇ, ਅਗਲੇ ਜਿਹੜੇ ਗਰਮੈਸ਼ ਜਿੰਨੀ ਚਾਹੀਦੀ ਹੈ, ਜਿੰਨਾ ਇੱਕ ਆਪਟੀਮਮ ਟੈਂਪਰੇਚਰ ਹੁੰਦਾ ਉਹ ਅਗਲੇ 2 ਪਿਸਟਨ ਰਹਿੰਦਾ, ਪਿਛਲੇ ਜ਼ਿਆਦਾ ਠੰਡੇ ਹੋ ਜਾਂਦੇ ਨੇ। ਸਹੀ ਤੇ ਉਹ ਜਾਂ ਪਿਛਲੇ ਜ਼ਿਆਦਾ ਗਰਮ ਹੋ ਜਾਂਦੇ ਨੇ, ਅਗਲੇ ਠੰਡੇ ਹੋ ਜਾਂਦੇ, ਕਿਉਂਕਿ ਅੱਗੇ ਉਹ ਪਾਣੀ ਜਾਂਦਾ ਪਿੱਛੇ ਨੂੰ। ਸੌਰੀ ਮੈਂ ਲੋਡ ਕਰ ਗਿਆ। ਤੇ ਉਹ
ਪਿਛਲੇ ਜਿਹੜੇ ਨੇ ਉਹ ਗਰਮੈਸ਼ ਦੀ ਵਜ੍ਹਾ ਤੋਂ ਰਿੰਗ ਘਸਾ ਦਿੰਦੇ ਨੇ, ਅਗਲੇ ਜਿਹੜੇ ਨੇ ਉਹ ਚੱਲਦੇ ਨੇ। ਸਹੀ ਚਾਹੀਦਾ ਤੇ ਕਿ ਇੰਜਨ ਦੇ ਅਗਰ ਰਿੰਗ ਖਤਮ ਹੋਣ ਤਾਂ ਬਰਾਬਰ ਖਤਮ ਹੋਣ। ਜੀ ਜੀ ਠੀਕ ਹੈ ਜੀ। ਉਸ ਸਿਸਟਮ ਨੂੰ ਜਦੋਂ ਅਸੀਂ ਬਾਈਪਾਸ ਕਰਦੇ ਹਾਂ ਨਾ, ਉਹਦੇ ਨੁਕਸਾਨਾਤ ਨੂੰ ਤਾਂ ਫਾਇਦਾ ਕੋਈ ਨਹੀਂ। ਠੀਕ ਹੋ ਗਿਆ ਲਿਹਾਜ਼ਾ ਤੇਲ ਵਧਾਉਣ ਦੇ ਨਾਲ ਜੇਬ ਦੇ ਉੱਤੇ ਖਰਚਾ ਵੱਧ ਜਾਏਗਾ, ਉਹਦਾ ਕੋਈ ਐਸਾ ਮੇਰਾ ਨਹੀਂ ਖਿਆਲ ਕਿ ਫਾਇਦਾ ਹੋਏਗਾ। ਸਹੀ ਸਜਾਦ ਸਾਹਿਬ ਕੰਪਨੀ ਦਾ ਟਾਇਰ ਹੀ ਲੈ ਰਹੇ ਹਾਂ, ਜੀ। ਸਾਨੂੰ ਕੀਮਤ ਦੇਖੀ ਹੈ, ਲੇਕਿਨ ਅਸੀਂ ਉਹਨਾਂ ਦੇ ਕੋਲੋਂ ਜਿਹੜੀ ਅਸੀਂ ਸਮਝਦੇ ਹਾਂ ਜਾਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਮਾਰਕੀਟ 'ਚ ਲੋਕ ਟਾਇਰ ਨੂੰ ਨਹੀਂ ਪਸੰਦ ਕਰਦੇ, ਉਸ ਕੰਪਨੀ ਤੇ ਪ੍ਰੈਸ਼ਰ ਪਾਣੇ ਕਿ ਯਾਰ ਤੁਹਾਡੇ ਉਹਦੀ ਲਾਈਕਿੰਗ ਘੱਟ ਹੈਗੀ ਹੈ ਟਾਇਰ ਦੀ, ਜੀ। ਤੇ ਅਸੀਂ ਉਹਨਾਂ ਕੋਲ ਸਪੈਕਸ ਹਾਈ ਲੈ ਲੈਣੇ। ਜਿਸ ਤਰ੍ਹਾਂ ਪੈਂਥਰ ਟਾਇਰ ਹੈਗਾ, ਉਹ ਅਸੀਂ 8 ਦੀ ਬਜਾਏ 12 ਪਲਾਈ ਦੇ ਵਿੱਚ ਲੈ ਰਹੇ ਹਾਂ। ਸਹੀ ਠੀਕ ਹੈ ਜੀ। ਤਿੰਨਾਂ ਟਾਇਰਾਂ ਦੀ ਸਾਨੂੰ ਕੀਮਤ ਬਰਾਬਰ ਪੈਂਦੀ ਹੈ ਕੰਪਨੀ ਨੂੰ, ਔਰ ਕੰਪਨੀ ਬਰਾਬਰ ਕੀਮਤ ਹੀ ਵਸੂਲ ਕਰਦੀ ਜ਼ਿਮੀਦਾਰ ਤੋਂ। ਸਹੀ ਇਸ਼ੂ ਇਹ ਹੈਗਾ ਕਿ ਕੋਈ ਵੀ ਇੱਕ ਕੰਪਨੀ ਸਾਡੇ ਸਾਰੇ ਟਰੈਕਟਰਾਂ ਦੀ ਡਿਮਾਂਡ ਇੱਕ ਮਾਡਲ ਦੀ ਪੂਰੀ ਨਹੀਂ ਕਰ ਪਾਉਂਦੀ 85 ਦੀ, ਇਸ ਵਜ੍ਹਾ ਤੋਂ ਸਾਨੂੰ 3 ਕਰਨੇ ਪੈਂਦੇ ਨੇ। ਜੀ। ਤੁਸੀਂ ਦੇਖੋ 240 ਦੇ ਵਿੱਚ ਇੱਕੋ ਟਾਇਰ ਚੱਲਦਾ, 60 ਦੇ ਵਿੱਚ ਇੱਕੋ ਟਾਇਰ ਚੱਲਦਾ, 75 'ਚ ਇੱਕੋ ਟਾਇਰ ਚੱਲਦਾ, ਕਿਉਂਕਿ ਉਹਨਾਂ ਦੀ ਡਿਮਾਂਡ ਘੱਟ ਹੈ ਟਰੈਕਟਰਾਂ ਦੀ। 385 ਦੀ ਡਿਮਾਂਡ ਬਹੁਤ ਜ਼ਿਆਦਾ, ਇੰਨਾ ਜ਼ਿਆਦਾ ਟਰੈਕਟਰ ਬਣਾਉਣ ਵਾਸਤੇ ਇੱਕ ਕੰਪਨੀ ਸਾਨੂੰ ਟਾਇਰ ਮੁਕੰਮਲ ਤੌਰ ਤੇ ਨਹੀਂ ਦੇ ਸਕਦੀ, ਇਸ ਲਈ ਸਾਨੂੰ 3 ਮੁਖਤਲਿਫ ਸੋਰਸਿਸ ਤੋਂ ਲੈਣੇ ਪੈਂਦੇ ਨੇ। ਜੀ ਜੀ ਜਦੋਂ ਅਸੀਂ 3 ਮੁਖਤਲਿਫ ਜਗ੍ਹਾ ਤੋਂ ਲੈਂਦੇ ਹਾਂ ਤੇ ਕੀਮਤ ਅਸੀਂ ਬਰਾਬਰ ਪੇ ਕਰਦੇ ਹਾਂ, ਇਸ ਲਈ ਅਸੀਂ ਅਗੇ ਕਸਟਮਰ ਤੋਂ ਬਰਾਬਰ ਲੈਂਦੇ ਹਾਂ। ਜੀ। ਹੁਣ ਇਹਦਾ ਹੱਲ ਕੀ ਹੈਗਾ? ਹੱਲ ਇਹ ਹੈਗਾ ਕਿ ਜਦੋਂ ਸਾਡੀ ਗੱਲ ਮੰਨ ਲਓ ਕਿ ਸਾਡੇ ਹਿਸਾਬ 'ਚ ਤਿੰਨੋਂ ਟਾਇਰ ਬਰਾਬਰ ਨੇ। ਜੀ ਠੀਕ ਹੈ। ਇਹ ਇੱਕ ਮਾਰਕੀਟ ਦੇ ਗਿਮਿਕਸ ਹੈਗੀ, ਮਾਰਕੀਟ ਦਾ ਇੱਕ ਉਲਝਾਓ ਹੈਗਾ ਜ਼ਿਮੀਂਦਾਰਾਂ ਵਾਸਤੇ ਆਪਣੀ ਆਪਣੀ ਪਸੰਦ ਦੀ ਗੱਲ ਕਿ ਜੀ ਫਲਾਣਾ ਲਵੀਂ, ਇਹ ਚੰਗਾ ਹੈਗਾ, ਇਹ ਮਾੜਾ ਹੈਗਾ। ਕੰਪਨੀ ਸਭ ਨੂੰ ਬਰਾਬਰ ਕਰਕੇ ਸਭ ਦੀ ਬਰਾਬਰ ਵਾਰੰਟੀ ਦੇ ਰਹੀ ਹੈ। ਜੀ ਠੀਕ ਹੈ ਜੀ, ਔਰ ਸਭ ਦੀ ਬਰਾਬਰ ਜ਼ਿੰਮੇਦਾਰ ਹੈਗੀ ਕੰਪਨੀ। ਸਹੀ ਤੇ ਪਹਿਲੇ ਤਾਂ ਗੱਲ ਹੈ ਬੁਕਿੰਗ ਜਿਹੜੀ ਨਾ ਉਹ ਡੀਲਰਸ਼ਿਪ ਤੋਂ ਜਾਂ ਕੰਪਨੀ ਤੋਂ ਕਰਵਾਈ ਜਾਵੇ। ਜਦੋਂ ਤੁਸੀਂ ਮਾਰਕੀਟ 'ਚ ਜਾਂਦੇ ਹੋ, ਹੋਰ ਵੀ ਕਈ ਘਾਟੇ ਵਾਧੇ ਹੈਗੇ ਨੇ, ਕਈ ਮਸਲੇ ਮਸਾਇਲ ਨੇ। ਮਸਲਨ ਜਦੋਂ ਡੀਲਰਸ਼ਿਪ ਤੋਂ ਟਰੈਕਟਰ ਬੁੱਕ ਹੋਏਗਾ, ਡੀਲਰਸ਼ਿਪ ਤੋਂ ਡਿਲੀਵਰ ਹੋਏਗਾ, ਉਹਦੀ ਇੰਸਟਾਲੇਸ਼ਨ ਹੋਏਗੀ, ਉਹ ਟਰੈਕਟਰ ਚੈੱਕ ਹੋ ਕੇ ਜ਼ਿਮੀਂਦਾਰ ਨੂੰ ਹੈਂਡਓਵਰ ਕੀਤਾ ਜਾਏਗਾ। ਜੀ ਜਦਕਿ ਜਿਹੜੇ ਪ੍ਰਾਈਵੇਟ ਸ਼ੋਰੂਮ ਓਨਰ ਹੈਗੇ ਨੇ, ਉਹ ਟਰੈਕਟਰ ਚੈੱਕ ਕੀਤੇ ਬਗੈਰ ਜ਼ਿਮੀਂਦਾਰ ਨੂੰ ਦੇ ਦਿੰਦੇ, ਜਿਸ 'ਚ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਕੋਤਾਹੀਆਂ, ਕੁਛ ਐਸੀਆਂ ਕਮੀਆਂ ਕੋਤਾਹੀਆਂ ਜੋ ਕੰਪਨੀ ਵੱਲੋਂ ਨਹੀਂ ਹੁੰਦੀਆਂ, ਰਸਤੇ ਦੀਆਂ ਕਮੀਆਂ ਕੋਤਾਹੀਆਂ ਹੁੰਦੀਆਂ ਨੇ। ਸਹੀ ਮਸਲਨ ਜਿਹੜੇ ਟਰਾਲੇ ਤੇ ਲੋਡ ਹੋ ਕੇ ਗਿਆ, ਟਰਾਲੇ ਵਾਲੇ ਡਰਾਈਵਰ ਨੇ ਉਹਦਾ ਤੇਲ ਕੱਢ ਲਿਆ, ਠੀਕ ਹੈ ਜੀ, ਜਾਂ ਕੋਈ ਚੀਜ਼ ਲਾ ਲਈ ਉਹਨੇ, ਤੇ ਇਹ ਚੀਜ਼ਾਂ ਜਦੋਂ ਡੀਲਰਸ਼ਿਪ ਤੋਂ ਟਰੈਕਟਰ ਡਿਲੀਵਰ ਹੋਏਗਾ, ਹਰ ਚੀਜ਼ ਚੈੱਕ ਕਰਕੇ ਦਿੱਤੀ ਜਾਏਗੀ, ਔਰ ਉਹਦੀ ਵਾਰੰਟੀ ਦੇ ਬਾਰੇ ਦੱਸਿਆ ਜਾਏਗਾ, ਫਿਰ 30 ਘੰਟਿਆਂ ਦੀ ਸਰਵਿਸ ਦੇ ਬਾਰੇ ਦੱਸਿਆ ਜਾਏਗਾ, ਇਹਤਿਆਤਾਂ ਦੇ ਬਾਰੇ ਦੱਸਿਆ ਜਾਏਗਾ, ਤੇ ਪ੍ਰੋਪਰ ਤਰੀਕੇ ਦੇ ਨਾਲ ਟਰੈਕਟਰ ਨੂੰ ਡੀਲਰਸ਼ਿਪ ਤੋਂ ਹੀ ਲਵੋ, ਉੱਥੋਂ ਹੀ ਬੁੱਕ ਕਰਵਾਓ, ਉੱਥੋਂ ਹੀ ਵਸੂਲ ਕਰੋ। ਸਰ ਬੁਕਿੰਗ ਦੇ ਦੌਰਾਨ ਇਹ ਆਪਸ਼ਨ ਨਹੀਂ ਹੁੰਦਾ ਕਿ ਆਪਣੀ ਮਰਜ਼ੀ ਦਾ ਕੋਈ ਟਾਇਰ ਜਿਹੜਾ ਕਿਸੇ ਨੂੰ ਚਾਹੀਦਾ ਹੈ ਉਹ ਵਿੱਚ ਪਸੰਦ ਕਰਕੇ ਅਸਲ 'ਚ ਗੱਲ ਹੈਗੀ ਹੈ ਕਿ ਅਗੇਨ ਉਹੀ ਮਸਲਾ ਹੈਗਾ ਕਿ ਸਾਰੀ ਕੰਪਨੀਆਂ ਦੀ ਸਾਨੂੰ ਕੰਪਨੀਆਂ ਆਪਣਾ ਪ੍ਰੋਡਕਸ਼ਨ ਪਲਾਨ ਨਹੀਂ ਦੇ ਸਕਦੀਆਂ। ਜੀ ਪਤਾ ਲੱਗੇ ਸਾਨੂੰ ਕਸਟਮਰ ਨੇ ਕਿਹਾ ਜੀ ਸਰਵਿਸ ਦੇ ਦਿਓ, ਸਰਵਿਸ ਉਦੋਂ ਸਾਨੂੰ ਟਾਇਰ ਦੇ ਨਾ ਰਿਹਾ ਹੋਵੇ, ਜੀ ਅਸੀਂ ਤੇ ਬੈਠ ਜਾਾਂਗੇ ਇੰਤਜ਼ਾਰ ਦੇ ਵਿੱਚ, ਜ਼ਿਮੀਂਦਾਰ ਵੀ ਇੰਤਜ਼ਾਰ 'ਚ ਬੈਠ ਜਾਏਗਾ। ਇਸ ਲਈ ਸਾਨੂੰ ਇੱਕ ਓਵਰਆਲ ਅਸੀਂ ਡਿਮਾਂਡ ਦੇ ਦਿੰਦੇ ਕਿ ਸਾਨੂੰ ਇਹਨੇ ਟਾਇਰਾਂ ਦੀ ਡਿਮਾਂਡ ਹੈਗੀ। ਕਦੀ ਕੋਈ ਕੰਪਨੀ ਦੇਰ ਹੋ ਜਾਂਦੀ, ਕਿਸੇ ਦੇ ਕੋਲ ਰਾਹ ਮਟੀਰੀਅਲ ਬਾਹਰੋਂ ਇੰਪੋਰਟ ਹੋਣਾ ਹੁੰਦਾ, ਕਿਸੇ ਕੋਲ ਹੁੰਦਾ, ਕਿਸੇ ਕੋਲ ਨਹੀਂ ਹੁੰਦਾ, ਜੀ ਕਿਸੇ ਦਾ ਆਪਣਾ ਕੋਈ ਪ੍ਰੋਡਕਸ਼ਨ, ਉਹਨਾਂ ਦੇ ਆਪਣੇ ਪਲਾਨ ਹੁੰਦੇ ਨੇ ਕਿ ਟਾਇਰ ਮੋਟਰਸਾਈਕਲ ਦਾ ਬਣਾਉਣਾ ਹੈ, ਕਾਰ ਦਾ ਬਣਾਉਣਾ ਹੈ, ਟਰੱਕ ਦਾ ਬਣਾਉਣਾ, ਕਿਉਂਕਿ ਹਰ ਕੰਪਨੀ ਸਾਰੀ ਰੇਂਜ ਦੇ ਟਾਇਰ ਬਣਾ ਰਹੀ ਹੈ। ਇਸ ਕਰਕੇ ਸਾਨੂੰ ਉਹਨਾਂ ਦੀ ਸਪਲਾਈ ਦਾ ਹਲੇ ਵੀ ਇਸ਼ੂ ਹੈਗਾ ਕਿ ਕਿਹੜਾ ਕਦੋਂ ਲੱਭਣਾ, ਸਾਨੂੰ ਇਹ ਵੀ ਨਹੀਂ ਪਤਾ। ਉਹ ਸਟੈਂਡਰਡ ਦੇ ਵਿੱਚ ਮਿਲ ਜਾਏਗਾ। ਜੀ ਠੀਕ ਹੈ ਜੀ। ਅਸੀਂ ਉਹ 260 ਦੇ ਵਿੱਚ ਸਟੈਂਡਰਡ ਰੱਖਿਆ ਸੀਗਾ, ਲੇਕਿਨ ਉਹ ਲੋਕਾਂ ਨੇ ਨਹੀਂ ਪਸੰਦ ਕੀਤਾ, ਸਾਨੂੰ ਬੰਦ ਕਰਨਾ ਪੈ ਗਿਆ। 75 ਵਾਹਿਦ ਟਰੈਕਟਰ ਹੈਗਾ ਜਿਹਦੇ ਵਿੱਚ ਸਟੈਂਡਰਡ ਜਮਾਂਦਰੂ ਫਿੱਟ ਹੈਗਾ। ਜੀ ਠੀਕ ਹੈ, ਤੁਸੀਂ ਜਦੋਂ ਵੀ ਮੰਗੋਗੇ 75 ਸਟੈਂਡਰਡ ਦੇ ਨਾਲ ਮਿਲੇਗਾ। ਠੀਕ ਹੈ ਠੀਕ ਹੈ ਜੀ। ਬਹਰਹਾਲ ਅਗਰ ਜ਼ਿਆਦਾ ਲੋਕ ਡਿਮਾਂਡ, ਕਿਉਂਕਿ ਹਰ ਮਾਡਲ ਦਾ ਪੰਪ ਅਲੱਗਾ, ਉਹਦੀ ਸੈਟਿੰਗ ਅਲੱਗਾ ਹੈਗੀ। ਜੀ। ਜਦੋਂ ਅਸੀਂ ਸਾਨੂੰ ਲੱਗੇਗਾ ਕਿ ਕੋਈ 100 ਦੇ ਵਿੱਚੋਂ 1000 ਚੋਂ ਕੋਈ 100 ਬੰਦੇ ਚਾਹੁੰਦੇ ਨੇ ਕਿ ਅਸੀਂ ਚੇਂਜ ਕਰਨਾ, ਤਾਂ ਅਸੀਂ ਫਿਰ ਉਹ ਇੰਪੋਰਟ ਕਰ ਲਵਾਂਗੇ। ਸਜਾਦ ਸਾਹਿਬ ਇੱਕ ਹੋਰ ਫਰਾਡ ਚੱਲਦਾ ਪਿਆ ਹੈ ਕਿ ਟਰੈਕਟਰ ਜਿਹੜਾ ਹੈ 2 ਨੰਬਰ ਬਣਦਾ ਪਿਆ, ਉਹਦੇ ਡਾਕੂਮੈਂਟ ਬਾਹਰ 2 ਨੰਬਰ ਬਣਦੇ ਪਏ ਆ। ਉਹਦੇ ਤੇ ਅਸੀਂ ਐਕਸ਼ਨ ਵੀ ਲਿਆ ਹੈਗਾ। ਜੀ ਸਿਆਲਕੋਟ ਸਾਈਡ ਤੋਂ ਸਾਨੂੰ ਪਤਾ ਲੱਗਿਆ ਸੀ ਕਿਸੇ ਜਗ੍ਹਾ ਬਣਦੇ ਪਏ ਨੇ, ਅਸੀਂ ਉੱਥੇ ਰੇਡ ਵੀ ਪਵਾਈ ਸੀਗੀ, ਔਰ ਅਸੀਂ ਤੁਹਾਡੇ ਇਸ ਵੀਡੀਓ ਦੀ ਵਸਾਤਤ ਦੇ ਨਾਲ ਵੀ ਲੋਕਾਂ ਨੂੰ ਸਮਝਾਵਾਂਗੇ ਕਿ ਯਾਰ ਇਹ ਗਲਤ ਐਕਟੀਵਿਟੀ ਹੈਗੀ ਹੈ। ਇਹ ਸਾਨੂੰ ਤਾਂ ਸ਼ਾਇਦ ਐਡਾ ਵੱਡਾ ਡੈਂਟ ਨਾ ਹੋਵੇ, ਲੇਕਿਨ ਜ਼ਿਮੀਂਦਾਰ ਨੂੰ ਜਦੋਂ ਵੇਚਣ ਜਾਏਗਾ, ਔਰ ਸਭ ਤੋਂ ਵੱਡੀ ਗੱਲ, ਜਿਸ ਮੁਲਕ ਦੇ ਵਿੱਚ ਅਸੀਂ ਰਹਿੰਦੇ ਹਾਂ, ਜਿਸ ਮੁਲਕ ਦਾ ਅਸੀਂ ਖਾਂਦੇ ਹਾਂ, ਉਸ ਮੁਲਕ ਦੇ ਨਾਲ ਗੱਦਾਰੀ ਹੈ ਕਿ ਟੈਕਸ ਉਹਨੂੰ ਨਹੀਂ ਜਾ ਰਿਹਾ। ਜੀ ਠੀਕ ਹੈ ਜੀ। ਠੀਕ ਹੋ ਗਿਆ ਸਜਾਦ ਸਾਹਿਬ, ਤੁਸੀਂ ਬੜੀ ਡਿਟੇਲ ਦੇ ਨਾਲ। ਅੱਛਾ ਸਰ, ਇੱਕ ਹੋਰ ਸਵਾਲ ਆ ਜਿਹੜਾ ਲੋਕਾਂ ਨੇ ਕਮੈਂਟ ਵਿੱਚ ਕਰਨਾ, ਜਿਹੜਾ ਤੁਸੀਂ ਤਬਦੀਲੀਆਂ ਕੀਤੀਆਂ ਵਾ, ਅਗਰ ਇਹ ਕਿਸੇ ਨੂੰ ਸਪੇਅਰ ਪਾਰਟ ਤੋਂ ਚਾਹੀਦਾ ਹੋਵੇ ਤਾਂ ਕਿੰਨੀ ਕੁ ਦੇਰ ਤੱਕ ਮਾਰਕੀਟ ਦੇ ਅੰਦਰ ਇਹ ਚੀਜ਼ਾਂ ਹਾਲੇ ਤੇ ਅਸੀਂ ਮਿਲ ਜਾਣਗੀਆਂ? ਕਿਉਂਕਿ ਨਵੇਂ ਲਾਂਚ ਕੀਤੇ ਨੇ ਇਹਨਾਂ ਦਾ ਅਸੀਂ, ਕਿਉਂਕਿ 1 ਜਨਵਰੀ ਤੋਂ ਬਾਅਦ ਇਹ ਪ੍ਰੋਟੋਟਾਈਪ ਨੇ ਜਿਹੜੇ ਅਸੀਂ ਮਤਲਬ ਕਿ ਵਕਤੀ ਤੌਰ ਤੇ ਬਣਾਏ ਨੇ, ਸਿਰਫ ਇੱਕ ਪੁਰਜ਼ਾ ਅਰੇਂਜ ਕਰਕੇ। ਸਹੀ ਪ੍ਰੋਡਕਸ਼ਨ ਇਹਦੀ ਨਾ ਜਨਵਰੀ ਤੋਂ ਬਾਅਦ ਸ਼ੁਰੂ ਹੋਣੀ ਹੈ। ਠੀਕ। ਜਨਵਰੀ ਤੋਂ ਬਾਅਦ ਜਿਹੜੀਆਂ ਇਹਨਾਂ ਇਹ ਚੀਜ਼ਾਂ ਦਸਤਿਆਬ ਹੋਣਗੀਆਂ,
ਹਲੇ ਫਿਲਹਾਲ ਇਸ ਟਾਈਮ ਯਾਨੀ ਕਿ ਦੂਸਰੇ ਤੀਸਰੇ ਮਹੀਨੇ ਤੋਂ ਬਾਅਦ ਇਹ ਚੀਜ਼ਾਂ ਲੱਭ ਸਕਦੀਆਂ। ਹਾਂਜੀ ਬਿਲਕੁਲ ਲੱਭ ਤੇ ਸਾਰੇ ਦੂਸਰਾ ਲੋਕਾਂ ਨੇ ਨਾ ਇਹ ਵੀ ਸਵਾਲ ਪੁੱਛਣਾ ਨਾ ਜੀ ਕਿ ਦੇਖੋ ਟਰੈਕਟਰ ਦੇ ਰੇਟ ਵਧੇ ਆ, ਜੀ ਜੀ। ਅਗਰ ਟਰੈਕਟਰ ਦੇ ਰੇਟ ਵਧੇ ਤੁਸੀਂ ਇਹਦੇ ਬਾਰੇ ਦੱਸੋ ਕਿ ਇਹ ਜਿਹੜੇ ਚੀਜ਼ਾਂ ਲਾਉਣ ਦੇ ਨਾਲ ਰੇਟ ਵਧੇਗਾ ਜਾਂ ਵੈਸੇ ਤੁਸੀਂ ਸਾਰੇ ਟਰੈਕਟਰਾਂ ਦੇ ਰੇਟ ਮਾਰ ਦੱਸ ਦਿੱਤਾ ਪਹਿਲੇ ਹਾਂਜੀ। ਕਿ 4% ਟੈਕਸ ਵਧਿਆ ਸੀਗਾ ਟਰੈਕਟਰ ਦੇ ਉੱਪਰ, ਜੀ ਜੀ ਲੇਕਿਨ ਅਸੀਂ ਇੱਕ ਗੁੱਡਵਿਲ ਦੇ ਤੌਰ ਦੇ ਉੱਤੇ ਜ਼ਿਮੀਂਦਾਰ ਦੇ ਹਾਲਾਤ ਨੂੰ ਦੇਖਦੇ ਹੋਏ ਕਿ ਗੰਦਮ 'ਚ ਪਹਿਲੇ ਉਹਨੂੰ ਰੇਟ ਨਹੀਂ ਮਿਲਿਆ, ਫਸਲ ਅੱਛੀ ਹੋਈ ਤੇ ਰੇਟ ਨਹੀਂ ਲੱਭਿਆ, ਚਾਵਲ ਦੇ ਵਿੱਚ ਜਿਹੜਾ ਦਾਣਾ ਹੀ ਨਹੀਂ ਬਣਿਆ, ਉਹਦੀ ਪੈਦਾਵਾਰ ਬਹੁਤ ਘੱਟ ਆਈ, ਤੇ ਅਸੀਂ ਉਹ ਦੇਖਦੇ ਹੋਏ ਜਿਹੜਾ ਅਸੀਂ ਕਿਹਾ ਕਿ ਅਸੀਂ ਫੌਰੀ ਤੌਰ ਤੇ ਜਿਹੜਾ 4% ਗਵਰਨਮੈਂਟ ਨੇ ਟੈਕਸ ਵਧਾਇਆ ਅਸੀਂ ਜ਼ਿਮੀਂਦਾਰ ਕੋ ਨਹੀਂ ਵਸੂਲ ਕਰਾਂਗੇ, ਕਿਉਂਕਿ ਟੈਕਸ ਜਿਹੜਾ ਨਾ ਖਰੀਦਾਰ ਦੇ ਉੱਤੇ ਹੁੰਦਾ ਹੈ, ਕੰਪਨੀ ਦੇ ਉੱਪਰ ਨਹੀਂ ਹੁੰਦਾ। ਤੇ ਅਸੀਂ ਉਹ ਟੈਕਸ ਜਿਹੜਾ ਨਾ ਆਪਣੇ ਤੇ ਬਰਦਾਸ਼ਤ ਕੀਤਾ, ਬਾਵਜੂਦ ਇਹਦੇ ਕਿ ਤਕਰੀਬਨ ਅਲਹਮਦੁਲਿਲਾ 6000 ਦੇ ਕਰੀਬ ਅਸੀਂ ਗ੍ਰੀਨ ਟਰੈਕਟਰ ਵੀ ਬੁੱਕ ਕੀਤੇ, ਉਹਦੇ ਵਿੱਚ ਵੀ ਅਸੀਂ ਉਹੀ ਰੇਟ ਦਿੱਤਾ ਪੁਰਾਣਾ। ਇਨਵਾਈਸ 14% ਦੀ ਕੱਟਣ ਡਏ ਆ, ਲੇਕਿਨ ਟੈਕਸ ਜਿਹੜਾ 10% ਵਸੂਲ ਕਰਨ ਡਏ ਆ, ਕੀਮਤ ਉਹੀ ਹੈ ਜੀ 10% ਵਾਲੀ ਸੀਗੀ। ਅਗਰ ਉਸ ਹਿਸਾਬ ਨਾਲ ਦੇਖਿਆ ਜਾਵੇ ਤੇ ਅਸੀਂ ਇਹ ਜਨਵਰੀ ਤੱਕ ਉਹ ਬਰਦਾਸ਼ਤ ਕੀਤਾ, ਨੰਬਰ 1। ਨੰਬਰ 2, ਉਸ ਟੈਕਸ ਦੀ ਜਿਹੜੀ 4% ਦੇ ਹਿਸਾਬ ਨਾਲ ਇੰਪੈਕਟ ਪੈਂਦਾ ਸੀ ਨਾ, ਅਸੀਂ ਉਹ ਵੀ ਪੂਰਾ ਨਹੀਂ ਲੈ ਰਹੇ ਇਸ ਵਕਤ। ਤੁਸੀਂ ਕਿਸੇ ਵੀ ਟਰੈਕਟਰ ਦੀ ਕੀਮਤ ਦੇਖੋਗੇ 4% ਨਹੀਂ ਵਧੀ, 2.5%, 3%, 3.5% ਇਸ ਤਰ੍ਹਾਂ ਕੀਮਤ ਵਧੀ ਹੈ। ਠੀਕ ਹੈ, ਅਸੀਂ ਉਹ ਵੀ ਪੂਰਾ ਨਹੀਂ ਮੁੰਤਕਿਲ ਕੀਤਾ ਕਿ ਅਸੀਂ ਕਿ ਸਟੈਪ ਬਾਈ ਸਟੈਪ ਜਿਹੜਾ ਨਾ ਕਿ ਅਸੀਂ ਕੁਛ 6 ਮਹੀਨੇ ਸਾਲ ਬਾਅਦ ਦੇਖ ਲਵਾਂਗੇ। ਨਾਲੇ ਜ਼ਿਮੀਂਦਾਰ ਨੂੰ ਕੁਛ ਨਾ ਕੁਛ ਉਹਨੂੰ ਇੰਨੀ ਤਕਲੀਫ ਨਾ ਹੋਵੇ ਕਿ ਯਾਰ ਕੀਮਤ ਵਧੀ ਤੇ ਟਰੈਕਟਰ ਤੇ ਉਹੀ ਹੈਗਾ। ਅਸੀਂ ਇਸ ਲਈ ਹਰ ਕੀਮਤ ਦੇ ਨਾਲ ਜਿਹੜਾ ਨਾ ਚੀਜ਼ਾਂ ਵੀ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਸ ਤਰ੍ਹਾਂ ਸਾਲ ਦਾ ਅਸੀਂ ਕਹਿ ਰਹੇ ਹਾਂ ਕਿ ਹਰ ਆਉਂਦੇ ਸਾਲ ਦੇ ਵਿੱਚ ਅਸੀਂ ਨਵੇਂ ਮਾਡਲ ਦੇ ਵਿੱਚ ਕੋਈ ਨਾ ਕੋਈ ਚੀਜ਼ ਨਵੀਂ ਦੇਵਾਂਗੇ, ਕੋਈ ਆਇਡੈਂਟੀਫਿਕੇਸ਼ਨ ਉਹਦੀ ਸ਼ਨਾਖਤ ਹੋਏਗੀ ਕਿ ਜਨਾਬ ਇਹ 25 ਮਾਡਲ ਹੈ ਜਾਂ 26 ਹੈ ਜਾਂ 27 ਹੈ, ਕਿਹੜਾ ਹੈਗਾ। ਠੀਕ ਹੋ ਗਿਆ ਸਜਾ ਸਾਹਿਬ ਇਹ ਦੂਸਰੇ ਆਖਰੀ ਸਵਾਲ ਹੈ, ਕਾਫੀ ਦੋਸਤਾਂ ਦਾ ਇਹ ਵੀ ਕਮੈਂਟ ਹੁੰਦਾ ਹੈ ਤੁਹਾਡਾ ਪਹਿਲਾ ਆਖਰੀ ਉਹਨਾਂ ਦਾ ਸੀਗਾ। ਹਾਂਜੀ ਮੇਰਾ ਹਾਂਜੀ ਸ਼ਾਇਦ ਆਖਰੀ। ਬਾਕੀ ਇਹ ਕਾਫੀ ਦੋਸਤ ਇਹ ਵੀ ਕਹਿ ਰਹੇ ਕੰਪਨੀ 100 ਹਾਰਸ ਪਾਵਰ ਕਦੋਂ ਕੱਢ ਰਹੀ ਹੈ, ਇਸ ਬਾਰੇ ਤੁਹਾਡਾ ਕੀ ਕਹਿਣਾ ਹੋਵੇ? ਬਾਕੀ ਇੱਕ ਕੰਪਨੀ ਦੇਖੋ ਕੰਪਨੀਆਂ ਨੇ ਕੱਢ ਲਿਆ, ਅਸੀਂ ਬੇਸਿਕਲੀ ਟੈਸਟ ਕੀਤਾ ਸੀ, ਉਹਨਾਂ ਨੇ ਉਸੇ ਚੀਜ਼ ਨੂੰ ਚੁੱਕ ਕੇ ਅਡਾਪਟ ਕਰ ਲਿਆ। ਅਸੀਂ ਇੱਕ ਵੱਡੀ ਕੰਪਨੀ, ਅਸੀਂ ਬਕਾਇਦਾ ਇੱਕ ਤਰਤੀਬ ਦੇ ਨਾਲ, ਬਕਾਇਦਾ ਇੱਕ SOP ਦੇ ਨਾਲ, ਸਿਸਟਮ ਦੇ ਨਾਲ ਚੀਜ਼ ਬਣਾਉਂਦੇ ਹਾਂ। ਸਾਡੇ ਹਿਸਾਬ 'ਚੋਂ ਨਾਕਾਮ ਸੀ, ਅਸੀਂ ਉਹਨੂੰ ਰਿਜੈਕਟ ਕਰ ਦਿੱਤਾ, ਉਹਨਾਂ ਨੇ ਉਹ ਮਾਰਕੀਟ ਤੋਂ ਚੀਜ਼ਾਂ ਚੁੱਕੀਆਂ ਔਰ ਟਰੈਕਟਰ ਬਣਾ ਦਿੱਤਾ। ਅਸੀਂ ਇਨਸ਼ਾਅੱਲਾ ਜਦੋਂ ਬਣਾਵਾਂਗੇ 100 ਹਾਰਸ ਪਾਵਰ, ਵਾਕਈ 100 ਹਾਰਸ ਪਾਵਰ ਹੋਏਗਾ। ਇਹ ਇਸ ਤਰ੍ਹਾਂ ਨਹੀਂ ਹੁੰਦਾ ਕਿ ਜੀ CD70 ਨੂੰ 1 to 5 ਦਾ ਇੰਜਨ ਲਾ ਦੋ ਜੀ 1 to 5 ਹੋ ਗਿਆ। ਠੀਕ ਹੈ ਜੀ, ਇਹਦਾ ਪੂਰਾ ਗੇਅਰ ਸਿਸਟਮ, ਇਹਦਾ ਰੀਅਰ ਐਕਸਲ ਤਬਦੀਲ ਕਰਨਾ ਪੈਂਦਾ ਹੈਗਾ। ਅਸੀਂ ਦੇਖਾਂਗੇ ਕਿ ਅਗਰ ਇਹ ਉਹਨੂੰ ਸਪੋਰਟ ਕਰਦਾ 100 ਨੂੰ ਤਾਂ ਅਸੀਂ ਕਰਾਂਗੇ, ਵਰਨਾ ਨਹੀਂ ਅਸੀਂ ਕਰਾਂਗੇ। ਇਸੇ ਲਈ ਅਸੀਂ ਲੇਟ ਹੈਗੇ।